ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ। ਨਵਜੋਤ ਸਿੱਧੂ ਨੇ ਫਿਰ ਘੇਰੀ ਕੈਪਟਨ ਸਰਕਾਰ। 25 ਅਪ੍ਰੈਲ ਨੂੰ ਹੋਣਗੀਆਂ DSG MC ਦੀਆਂ ਚੋਣਾਂ, 7 ਪਾਰਟੀਆਂ ਮੈਦਾਨ 'ਚ। ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰ ਕੀਤਾ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ। ਹਰਪਾਲ ਚੀਮਾ ਨੇ ਅਕਾਲੀ ਦਲ ਤੇ ਲਾਏ ਨਿਸ਼ਾਨੇ। ਸੁਖਬੀਰ ਬਾਦਲ ਦੇ ਪੰਜਾਬ ਵਿੱਚ ਦਲਿਤ ਉਪ ਮੁੱਖ ਮੰਤਰੀ ਦੇ ਬਿਆਨ ਤੇ ਭੜਕੇ ਸਿਮਰਜੀਤ ਸਿੰਘ ਬੈਂਸ। ਗੁਰਦਾਸਪੁਰ ਦੇ ਪਿੰਡ ਮਾਨਪੁਰ ਵਿੱਚ 8 ਏਕੜ ਦੇ ਕਰੀਬ ਪੱਕੀ ਕਣਕ ਦੀ ਫਸਲ ਨੂੰ ਲੱਗੀ ਅੱਗ। ਹੁਣ ਖਬਰਾਂ ਵਿਸਥਾਰ ਨਾਲ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਤੇ ਹਮਲੇ ਸਾਧਦੇ ਨਜ਼ਰ ਆਏ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਨੇ ਕੈਪਟਨ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਡਰੱਗਸ ਦੇ ਬੇਅਦਬੀ ਮਾਮਲਿਆਂ 'ਚ ਲੋਕਾਂ ਨੂੰ ਇਨਸਾਫ ਦੇਣ ਵਿੱਚ ਨਾਕਾਮਯਾਬ ਰਹੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਹੈ ਕਿ 2017 ਦੇ 2 ਵੱਡੇ ਮੁੱਦਿਆਂ ਕਰਕੇ ਪੰਜਾਬ 'ਚ ਸਰਕਾਰ ਬਦਲੀ ਸੀ। ਸਰਕਾਰ ਬਦਲਣ ਦੇ 4 ਸਾਲ ਬਾਅਦ ਵੀ ਇਹ ਦੋਵੇਂ ਮੁੱਦੇ ਇਸੇ ਤਰ੍ਹਾਂ ਹੀ ਨੇ। ਦੋਵਾਂ ਵਿੱਚ ਕੁਝ ਨਹੀਂ ਬਦਲਿਆ, ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਨਵਜੋਤ ਸਿੱਧੂ ਨੇ ਕਿਹਾ ਹੈ ਕਿ STF ਦੀ ਰਿਪੋਰਟ ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਅਤੇ ਉਧਰ ਸਰਕਾਰ ਬੇਅਦਬੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਉਹਨਾਂ ਕਿਹਾ ਹੈ ਕਿ ਅਕਸਰ ਕਸੂਰਵਾਰਾਂ ਨੂੰ ਫੜਿਆ ਨਹੀਂ ਗਿਆ ਤੇ ਲੋਕ ਅੱਜ ਵੀ ਇਨਸਾਫ ਦੀ ਇੰਤਜ਼ਾਰ ਕਰ ਰਹੇ ਨੇ। ਸਿੱਧੂ ਨੇ ਕਿਹਾ ਹੈ ਕਿ ਦੋਵੇਂ ਮਾਮਲਿਆਂ ਵਿੱਚ ਟੌਪ ਦੇ ਲੋਕਾਂ ਤੇ ਸ਼ਿਕੰਜੇ ਨਹੀਂ ਕੱਸਿਆ ਜਾਂਦਾ, ਜਿਸ ਕਰਕੇ ਸਰਕਾਰ ਲੋਕਾਂ 'ਚ ਆਪਣਾ ਯਕੀਨ ਗਵਾ ਚੁੱਕੀ ਹੈ। ਭਾਈ ਜੀ 2017 ਦੇ ਵਿੱਚ 2 ਵੱਡੇ ਮੁੱਦਿਆਂ ਦੇ ਉੱਤੇ ਇੱਕ ਸਰਕਾਰ ਲਾਈ ਗਈ ਸੀ ਤੇ ਦੂਜੀ ਸਰਕਾਰ ਬਣਾਈ ਗਈ ਸੀ। ਉਹ 2 ਵੱਡੇ ਮੁੱਦੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਤੇ ਦੂਜਾ ਚਿੱਟਾ ਵੇਚਣ ਵਾਲਿਆਂ ਨੂੰ, ਜਿਨ੍ਹਾਂ ਨੇ ਸਾਡੀ ਜਵਾਨੀ ਤੇ ਕਲੰਕ ਲਾਇਆ, ਉਹਨਾਂ ਨੂੰ ਸਜ਼ਾ ਯਾਫਤਾ ਕਰਨਾ। ਅੱਜ ਵੀ ਜੇ ਤੁਸੀਂ ਇਨਸਾਫ ਦਾ ਮੁੱਲ ਪੁੱਛਣਾ ਹੋਵੇ ਨਾ ਤੇ ਉਹਨਾਂ ਤੋਂ ਪੁੱਛੋ ਜਿਨ੍ਹਾਂ ਨਾਲ ਬੇਇਨਸਾਫੀ ਹੋਈ। 25 ਅਪ੍ਰੈਲ ਨੂੰ 2021 ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ। ਇਹਨਾਂ ਚੋਣਾਂ 'ਚ ਇਸ ਵਾਰ 7 ਪਾਰਟੀਆਂ ਚੋਣ ਮੈਦਾਨ ਵਿੱਚ ਆਪੋ ਆਪਣੇ ਉਮੀਦਵਾਰਾਂ ਨਾਲ ਉਤਰੀਆਂ ਨੇ। ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ, ਜਿਸ ਦੀ ਗਿਣਤੀ 28 ਅਪ੍ਰੈਲ ਨੂੰ ਹੋਵੇਗੀ। 29 ਅਪ੍ਰੈਲ ਨੂੰ ਚੁਣੇ ਹੋਏ ਉਮੀਦਵਾਰਾਂ ਦੀ ਕਮੇਟੀ ਨਿਯੁਕਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਾਂ ਦੀ ਧਾਰਮਿਕ ਸੰਸਥਾ ਹੈ, ਜਿਹੜੀ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ। ਇਸ ਵੱਲੋਂ ਕਈ ਸਿੱਖਿਆ ਤੇ ਸਿਹਤ ਅਦਾਰੇ ਵੀ ਚਲਾਏ ਜਾ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 51 ਮੈਂਬਰ ਚੁਣੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ 46 ਦਿੱਲੀ ਦੀ ਸਿੱਖ ਸੰਗਤ ਵੱਲੋਂ ਚੁਣੇ ਜਾਂਦੇ ਨੇ। ਇਸ ਤੋਂ ਇਲਾਵਾ 5 ਨਾਮਜ਼ਦ ਮੈਂਬਰ ਹੁੰਦੇ ਨੇ, 2 ਕੋਆਪਸ਼ਨ ਰਾਹੀਂ ਚੁਣੇ ਜਾਂਦੇ ਨੇ। ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ਵਿੱਚ 2 ਮੈਂਬਰ ਲਾਟਰੀ ਰਾਹੀਂ ਮਨੋਨੀਤ ਕੀਤੇ ਜਾਂਦੇ ਨੇ। ਇੱਕ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਭੇਜਿਆ ਗਿਆ ਨੁਮਾਇੰਦਾ ਹੁੰਦਾ ਹੈ। ਐਕਟ ਮੁਤਾਬਿਕ ਸਾਬਤ ਸੂਰਤ ਸਿੱਖ ਜਿਸ ਦੀ ਉਮਰ ਘੱਟੋ-ਘੱਟ 25 ਸਾਲ ਹੋਵੇ, ਭਾਰਤ ਦਾ ਨਾਗਰਿਕ ਹੋਵੇ, ਵੋਟਰ ਵਜੋਂ ਨਾਮਜ਼ਦ ਹੋਵੇ, ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਸ਼ਰਾਬ ਸਿਗਰਟ ਤੇ ਕੋਈ ਵੀ ਨਸ਼ਾ ਨਾ ਕਰਦਾ ਹੋਵੇ, ਨੈਤਿਕਤਾ ਦੇ ਆਧਾਰ ਤੇ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਜਾਂ ਸਰਕਾਰ, ਬੋਰਡ, ਕਮੇਟੀ ਜਾਂ ਕਿਸੇ ਸਥਾਨਿਕ ਅਥਾਰਟੀ ਵੱਲੋਂ ਨੈਤਿਕਤਾ ਦੇ ਆਧਾਰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਵਿਅਕਤੀ ਨਹੀਂ ਹੋਣਾ ਚਾਹੀਦਾ। ਕਿਸੇ ਵੀ ਗੁਰਦੁਆਰਾ ਨੌਕਰੀ ਪੇਸ਼ਾ ਸੇਵਾਦਾਰ ਨਹੀਂ ਹੋਣਾ ਚਾਹੀਦਾ। ਗਵਰਨਰ ਪੰਜਾਬ ਨੂੰ ਚੰਡੀਗੜ੍ਹ 'ਚ ਮਿਲ ਕੇ ਬਾਹਰ ਆਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਹਰ ਮਹੀਨੇ ਨਿੱਜੀ ਤੌਰ ਤੇ ਗਵਰਨਰ ਸਾਹਿਬ ਨੂੰ ਮਿਲਣ ਆਉਂਦੇ ਨੇ। ਇਹ ਕੋਈ ਸਪੈਸ਼ਲ ਮਿਲਣੀ ਨਹੀਂ ਸੀ। ਉਹਨਾਂ ਆਪਣੇ ਅਸਤੀਫੇ ਦੇ ਸਟੈਂਡ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਉਹਨਾਂ ਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਲਟਾ ਉਹਨਾਂ ਨੇ ਹੀ ਕੈਪਟਨ ਸਾਹਿਬ ਨੂੰ ਮਨਾ ਲਿਆ ਹੈ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਸਰਕਾਰ ਨੂੰ ਇਸ ਕੇਸ ਸੰਬੰਧੀ ਜੇ ਕੋਈ ਮਦਦ ਦੀ ਲੋੜ ਹੈ ਤਾਂ ਉਹ ਜ਼ਰੂਰ ਇਸ ਦੇ ਵਿੱਚ ਮਦਦ करनगे। सर, एक आपकी जो रिपोर्ट थी उसको पब्लिकली करने के लिए बार-बार मांग हो रही है, जो आपने जो रिपोर्ट दी है वो पब्लिकली। अगर आपको थोड़ा भी आइडिया होगा तो वो रिपोर्ट ऑलरेडी पब्लिक है, क्योंकि चालान के रूप में जो अदालत में दिया जाता है ना, वो पब्लिक डॉक्यूमेंट होता है, वो ऑलरेडी पब्लिक है। जो लोग ये कह रहे हैं ना कि उसको पब्लिक किया जाए, उनको नॉलेज नहीं है, वो तो ऑलरेडी पब्लिक है। आज जो मैं आया हूँ, हर महीने में आता हूँ और प्राइवेट कैपेसिटी में आया हूँ, और मुझे अच्छा लगेगा कि अगर आप अगले महीने आऊँगा तो भी आप लोग आएंगे, लेकिन मुझे भरोसा है कि आप लोग नहीं आएंगे। मैं हर महीने, मेरी बात तो सुनिए, मैं हर महीने मान जो गवर्नर साहब को मिलने आता हूँ।
और एक अफसर के रूप में नहीं आता हूँ, अपने मतलब प्राइवेट कैपेसिटी में आता हूँ। आज आप लोग जो आए हैं तो जाहिर है क्यों आए हैं, कैसे आए हैं, लेकिन मुझे अच्छा नहीं लगा कि आप लोग यहाँ आए। फेसबुक पे एक पोस्ट पाई है, तुसी मेरे दफ्तर ਦੇ ਵਿੱਚ ਆ ਜਾਣਾ। ਮੇਰੀ ਗੱਲ ਸੁਣੋ, ਜੋ ਪੋਸਟ ਪਾਈ ਹੈ ਨਾ वो उसके वास्ते जगह में है, मेरे दफ्तर आके तुसी पूछ सकते हो, ये जगह नहीं है। मेरी बात सुनो, मैं स्पष्ट करना चाहूँगा क्योंकि मेरे को ਤੁਹਾਡੇ ਸਾਰਿਆਂ ਦੇ ਮੈਸੇਜ ਆਏ। ਮੈਸੇਜ ਉਹ ਆਏ ਨੇ, ਤੁਸੀਂ ਖਾਸ ਕਰਕੇ ਪਿਛਲੇ 3-4 ਦਿਨਾਂ ਦੇ ਵਿੱਚ ਕਈ ਵਾਰ ਮੇਰੀ ਮੁਲਾਕਾਤ ਮਾਨਯੋਗ ਚੀਫ ਮਿਨਿਸਟਰ ਸਾਹਿਬ ਦੇ ਨਾਲ ਹੋਈ ਹੈ। ਉਹਨਾਂ ਨੇ ਮੈਨੂੰ ਕਨਵਿੰਸ ਕਰਨ ਦੀ ਕਾਫੀ ਕੋਸ਼ਿਸ਼ ਕੀਤੀ, ਤੁਸੀਂ ਕਹਿ ਸਕਦੇ ਹੋ ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ, लेकिन मैं उन्होंने मना लिया। मैं मानयोग CM साहब नूं मनाउन दे विच कामयाब हो गया तो वो एग्री कर गए, ठीक है कि नहीं। तो इस करके मैं एक लाइन ही बोलांगा, लेकिन मैं ये जरूर भरोसा दिता, ये आश्वासन दिता, एश्योरेंस दिता कि इस केस नूं बचाउन दे विच सरकार वालों जेकर कोई भी सार्थक कदम उठाया जाता है तो मैं नौकरी तो बाहर रहिंदे हुए भी मैं पूरी मदद करांगा, पूरा सपोर्ट करांगा। ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਜਨਮ ਦਿਵਸ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਵੱਲੋਂ ਦਲਿਤਾਂ ਦੇ ਲਈ ਕੀਤੇ ਗਏ ਝੂਠੇ ਐਲਾਨਾਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੈਪਟਨ ਤੇ ਬਾਦਲ ਨੇ ਹਮੇਸ਼ਾ ਦਲਿਤਾਂ ਦੇ ਨਾਂ ਉੱਤੇ ਰਾਜਨੀਤੀ ਕੀਤੀ ਹੈ। ਜੇ ਉਹਨਾਂ ਨੂੰ ਸੱਚਮੁੱਚ ਦਲਿਤਾਂ ਦੀ ਚਿੰਤਾ ਹੁੰਦੀ ਤਾਂ ਅੱਜ ਪੰਜਾਬ 'ਚ ਦਲਿਤਾਂ ਦੀ ਬੁਰੀ ਸਥਿਤੀ ਨਾ ਹੁੰਦੀ। ਉਹਨਾਂ ਨੇ ਕਿਹਾ ਹੈ ਕਿ 10 ਸਾਲਾਂ ਦੀ ਅਕਾਲੀ ਸਰਕਾਰ ਅਤੇ 4 ਸਾਲਾਂ ਦੀ ਕੈਪਟਨ ਸਰਕਾਰ ਦੌਰਾਨ ਦਲਿਤਾਂ ਦੀ ਸਥਿਤੀ ਸੁਧਾਰਨ ਲਈ ਕੋਈ ਠੋਸ ਕੰਮ ਨਹੀਂ ਕੀਤਾ ਗਿਆ। ਪਰ ਹੁਣ ਜਦੋਂ ਵਿਧਾਨ ਸਭਾ ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਨੇ ਅਤੇ ਇਹਨਾਂ ਲੋਕਾਂ ਨੂੰ ਦਲਿਤਾਂ ਦੀ ਯਾਦ ਆ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਹੈ ਕਿ ਦਲਿਤਾਂ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਦੀਆਂ ਵੱਖ-ਵੱਖ ਯੋਜਨਾਵਾਂ ਸੰਬੰਧੀ ਪੋਸਟ ਮੈਟ੍ਰਿਕ ਸਕਾਲਰਸ਼ਿਪ, ਵਰਦੀਆਂ ਤੇ ਕਿਤਾਬਾਂ ਆਦਿ ਦੇ ਫੰਡਾਂ ਵਿੱਚ ਕੀਤੇ ਕਰੋੜਾਂ ਰੁਪਏ ਦੇ ਘੁਟਾਲਿਆਂ ਦਾ ਹਿਸਾਬ ਦੇਣ। ਉਹਨਾਂ ਨੇ ਕਿਹਾ ਹੈ ਕਿ ਕੈਪਟਨ ਨੇ ਸੱਚਮੁੱਚ ਹੀ ਦਲਿਤਾਂ ਦੇ ਉਥਾਨ ਲਈ ਕੰਮ ਕਰਨਾ ਹੁੰਦਾ ਤਾਂ ਉਹ ਵਜ਼ੀਫਾ ਘੁਟਾਲੇ ਵਿੱਚ ਸ਼ਾਮਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੁਰੰਤ ਕੈਬਨਿਟ ਤੋਂ ਬਰਖਾਸਤ ਕਰਦੇ, ਪਰ ਉਹਨਾਂ ਅੱਜ ਵੀ ਧਰਮਸੋਤ ਨੂੰ ਚੰਗੇ ਮਹਿਕਮੇ ਸੌਂਪੇ ਹੋਏ ਨੇ। ਅਕਾਲੀ ਦਲ ਪਰਿਵਾਰ ਦੀ ਪਾਰਟੀ ਆ, ਲਗਾਤਾਰ ਪੰਥ ਦੇ ਨਾਂ ਤੇ ਲੰਬਾ ਅਰਸਾ ਰਾਜ ਕਰਕੇ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਕਿਸਾਨਾਂ ਦੇ ਨਾਂ ਤੇ ਲੰਬਾ ਅਰਸਾ ਰਾਜ ਕਰਕੇ ਕਿਸਾਨਾਂ ਦੀ ਪਿੱਠ ਛੁਰਾ ਮਾਰਿਆ, 3 ਕਾਲੇ ਕਾਨੂੰਨ ਲੈ ਕੇ ਆਉਂਦੇ ਨੇਗੇ। ਹੁਣ ਕਹਿ ਰਹੇ ਨੇ ਕਿ ਅਸੀਂ ਦਲਿਤਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਵਾਂਗੇ। ਇਹ ਸਿਰਫ ਤੇ ਸਿਰਫ ਮੈਂ ਸਮਝਦਾ ਲਾਰੇ ਨੇਗੇ। ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਦਲਿਤ ਬੱਚਿਆਂ ਦਾ ਵਜ਼ੀਫਾ, ਕਿਸ ਤਰ੍ਹਾਂ ਸਕਾਲਰਸ਼ਿਪ ਸਕੈਮ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਹੋਇਆ, ਸੁਖਬੀਰ ਸਿੰਘ ਬਾਦਲ ਦੀ ਸਰਕਾਰ 'ਚ ਹੋਇਆ। ਲੱਖਾਂ ਹੀ ਵਿਦਿਆਰਥੀ, ਹਜ਼ਾਰਾਂ ਹੀ ਵਿਦਿਆਰਥੀ ਜਿਹੜੇ ਦਲਿਤ ਵਿਦਿਆਰਥੀ ਉਹ ਸਿੱਖਿਆ ਤੋਂ ਵਾਂਝੇ ਰਹਿ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਹੀ ਦਿੱਤੇ ਬਿਆਨਾਂ ਵਿੱਚ ਫਸਦੇ ਨਜ਼ਰ ਆ ਰਹੇ ਨੇ, ਜਿਸ ਦੇ ਚੱਲਦੇ ਉਹਨਾਂ ਦੀ ਸਾਰੀ ਸਿਆਸੀ ਪਾਰਟੀਆਂ ਵੱਲੋਂ ਨਿੰਦਿਆ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਉਹਨਾਂ ਦੇ ਪੰਜਾਬ ਵਿੱਚ ਦਲਿਤ ਉਪ ਮੁੱਖ ਮੰਤਰੀ ਬਣਾਉਣ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਹੈ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸੁਪਨੇ ਵੇਖਣ ਦਾ ਹੱਕ ਸਭ ਨੂੰ ਹੈ ਤੇ ਸੁਖਬੀਰ ਬਾਦਲ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸਿਰਫ ਸੁਪਨੇ ਹੀ ਵੇਖ ਰਿਹਾ ਹੈ। ਪੰਜਾਬ ਵਿੱਚ ਦਲਿਤ ਉਪ ਮੁੱਖ ਮੰਤਰੀ ਤਾਂ ਬਣੂ ਜੇਕਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਜਿੱਤੇਗੀ। ਸ਼੍ਰੋਮਣੀ ਅਕਾਲੀ ਦਲ ਸਿੰਗਲ ਡਿਜਿਟ ਪਾਰਟੀ ਹੈ, ਜਿਸ ਨੂੰ 9 ਤੋਂ ਵੱਧ ਸੀਟਾਂ ਪੰਜਾਬ ਚੋਂ ਮਿਲਣ ਵਾਲੀਆਂ ਨਹੀਂ। ਜਿਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਰੂੜੀਆਂ ਤੇ ਰੋਲੇ ਗਏ ਹੋਣ, ਉਹਨਾਂ ਤੇ ਲੋਕ ਕਿਵੇਂ ਵਿਸ਼ਵਾਸ ਕਰ ਵੋਟਾਂ ਪਾਉਣਗੇ। ਤੇ ਰਹੀ ਗੱਲ ਸੁਖਬੀਰ ਬਾਦਲ ਦੀ, ਤੇ ਉਹ ਸੁਪਨੇ ਵੇਖੇ, ਕਿਉਂਕਿ ਸੁਪਨੇ ਵੇਖਣ ਦਾ ਹੱਕ ਸਭ ਨੂੰ ਹੈ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿੱਤ ਪਾਉਣਾ ਹੁਣ ਸਿਰਫ ਸੁਪਨਾ ਹੀ ਹੈ। ਕਰੋਨਾ ਬਾਰੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਕਰੋਨਾ ਦੀ ਪ੍ਰਧਾਨ ਮੰਤਰੀ ਨਾਲ ਸੰਧੀ ਹੈ, ਜੋ ਉਹਨਾਂ ਦੀਆਂ ਰੈਲੀਆਂ ਵਿੱਚ ਨਹੀਂ ਜਾਂਦਾ ਅਤੇ ਗਰੀਬ ਲੋਕਾਂ ਨੂੰ ਘਰਾਂ ਦੇ ਘਰਾਂ ਵਿੱਚ ਬਿਠਾਇਆ ਜਾਂਦਾ ਹੈ। ਜੀ ਅੱਜ ਤੁਸੀਂ ਆਏ ਜੀ, ਤਾਂ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਨੇ ਡਿਪਟੀ CM ਜਿਹੜਾ ਇੱਕ ਦਲਿਤ ਨੂੰ ਬਣਾਉਣ ਦਾ ਐਲਾਨ ਕੀਤਾ। ਪਿੰਡ ਉੱਜੜਦਾ ਜਾਂਦਾ ਤੇ ਗੰਜੀ ਨੂੰ ਨਹਾਉਣ ਦੀ ਪਈ ਹੈ, ਇਹ ਕਹਾਵਤ ਆ। ਸੁਪਨੇ ਦੇਖਣ ਦੇ ਉੱਤੇ ਕਿਸੇ ਦੇ ਪਾਬੰਦੀ ਨਹੀਂ ਹੁੰਦੀ, ਸੁਪਨੇ ਕੋਈ ਵੀ ਬੰਦਾ ਦੇਖ ਸਕਦਾ, ਪਰ ਮੇਰਾ ਵਿਸ਼ਵਾਸ ਹੈ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਉਹ ਲੋਕ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸੱਤਿਆਨਾਸ਼ ਪੱਟਿਆ, ਚਿੱਟੇ ਦੀ ਗੰਦਗੀ ਦਾ ਬੂਟਾ ਲਾਇਆ, ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੂੜੀਆਂ ਤੇ ਰੋਲਿਆ, ਇਹ ਦੁਬਾਰਾ ਸਰਕਾਰ ਬਣਾਉਣ ਦੀਆਂ ਸੁਪਨਿਆਂ ਤੇ ਪਾਬੰਦੀ ਨਹੀਂ। ਪਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਇਹ ਸਿੰਗਲ ਡਿਜਿਟ ਪਾਰਟੀ ਰਹਿਣੀ ਹੈ।
मतलब कि एक अंकड़े ਦੇ ਵਿੱਚ 9 ਤੋਂ ਥੱਲੇ MLA ਸਰਕਾਰ ਬਣਾਉਣ ਦੇ ਸੁਪਨੇ ਸੁਖਬੀਰ ਬਾਦਲ ਜਿਹੜਾ ਲੈ ਰਿਹਾ ਉਹ ਲੋਕ ਇਹਨਾਂ ਨੂੰ ਦੱਸ ਦੇਣਗੇ। ਜੇ ਸਰਕਾਰ ਬਣਾਉਣ ਦੀ ਕੋਈ ਲੱਲ ਹੁੰਦੀ ਤੇ ਲੋਕ ਵਿਰੋਧ ਨਾ ਕਰਦੇ ਨੰਗਾ ਚਿੱਟਾ ਗੁਰੂ ਘਰ ਮੱਥਾ ਟੇਕਣਗੇ। ਮੈਂ ਸਮਝਦਾ ਕਿ ਉੱਥੇ ਗੁਰੂ ਘਰ ਦੇ ਅੰਦਰ ਵਿਰੋਧ ਕਰਨਾ ਵਾਜਬ ਨਹੀਂ, ਪਰ ਉੱਥੇ ਵੀ ਵਿਰੋਧ ਹੋ ਗਿਆ। ਜਲੰਧਰ ਗਏ ਤੇ ਜਲੰਧਰ ਵੀ ਲੋਕਾਂ ਦਾ ਵਿਰੋਧ ਆ। ਸੋ ਇਸ ਕਰਕੇ ਇਹਨਾਂ ਦਾ ਅੱਜ ਉਹ ਪਾਰਟੀ ਜਿਹਦਾ 5 ਵਾਰੀ ਦਾ ਮੁੱਖ ਮੰਤਰੀ ਇਹ ਕਹਿੰਦਾ ਸੀ ਕਿ ਮੈਂ ਕਿਸਾਨ ਵੱਡਾ ਲੀਡਰ ਹੈਗਾ, ਕਿਸਾਨ ਹਤੈਸ਼ੀ ਮੁੱਖ ਮੰਤਰੀ ਹਾਂ, ਅੱਜ ਦਿੱਲੀ ਤੇ ਲੱਗਿਆ ਹੋਇਆ ਕਿਸਾਨ ਅੰਦੋਲਨ ਚੱਲ ਰਿਹਾ, ਧਰਨਾ ਵੱਡਾ, ਅੱਜ ਇਹਨਾਂ ਨੂੰ ਭੁੱਲ ਗਿਆ। ਇਹ ਆਪਣੀਆਂ ਰੈਲੀਆਂ ਦੇ ਵਿੱਚ ਆਪਣੇ ਵਰਕਰਾਂ ਦਾ ਇੱਕ ਮੈਨੇਜਡ ਇਕੱਠ ਦਿਖਾਉਣ ਦੇ ਵਿੱਚ ਲੱਗੇ ਹੋਏ ਆ। ਚਾਹੀਦਾ ਸੀਗਾ 5 ਵਾਰੀ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਕਹਾਉਣ ਵਾਲਾ, ਚਾਹੀਦਾ ਸੀ ਆਪਣੇ ਵਰਕਰ ਤੇ ਸਪੋਰਟਰ ਨੂੰ ਅੰਦੋਲਨ ਨੂੰ ਤਾਕਤਵਰ ਕਰਨ ਵਾਸਤੇ ਐਲਾਨ ਕਰਦੇ ਵੀ ਕੋਈ ਰੈਲੀ ਨਹੀਂ ਹੋਣੀ, ਉੱਥੇ ਪਹੁੰਚੋ ਤਾਂ ਜੋ ਅਸੀਂ ਕਾਲੇ ਕਾਨੂੰਨ ਸਮਾਪਤ ਕਰਾ ਸਕੀਏ, ਰੱਦ ਕਰਾ ਸਕੀਏ। ਗੁਰਦਾਸਪੁਰ ਦੇ ਪਿੰਡ ਮਾਨਕੌਰ ਵਿੱਚ 8 ਏਕੜ ਦੇ ਕਰੀਬ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗੀ ਹੈ। 1 ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਪਾਇਆ ਗਿਆ ਕਾਬੂ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਕਾਬੂ ਤੇਜ਼ ਹਵਾ ਚੱਲਣ ਦੇ ਨਾਲ ਅੱਗ ਤੇ ਕਾਬੂ ਪਾਉਣਾ ਸੀ ਮੁਸ਼ਕਿਲ ਅਤੇ ਅੱਗ ਦੇ ਆਸ-ਪਾਸ ਦੇ ਕਿਸਾਨਾਂ ਦੀ 8 ਏਕੜ ਦੀ ਫਸਲ ਨੂੰ ਲਿਆ ਆਪਣੀ ਚਪੇਟ ਦੇ ਵਿੱਚ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਖੇਤਾਂ ਵਿੱਚ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਅੱਗ ਕਾਫੀ ਫੈਲ ਚੁੱਕੀ ਸੀ। ਹਵਾ ਤੇਜ਼ ਹੋਣ ਕਾਰਨ ਅੱਗ ਤੇ ਕਾਬੂ ਪਾਉਣਾ ਸੌਖਾ ਨਹੀਂ ਸੀ ਅਤੇ ਬਾਅਦ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ 2 ਘੰਟੇ ਦੇ ਕਰੀਬ ਅੱਗ ਤੇ ਕਾਬੂ ਪਾਇਆ ਗਿਆ। ਉਹਨਾਂ ਨੇ ਕਿਹਾ ਕਿ ਇਸ ਅੱਗ ਦੀ ਲਪੇਟ ਵਿੱਚ ਆਉਣ ਨਾਲ ਕਿਸਾਨਾਂ ਦੀ 8 ਏਕੜ ਦੇ ਕਰੀਬ ਫਸਲ ਬਰਬਾਦ ਹੋ ਚੁੱਕੀ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਕਿਸੇ ਨੇ ਸ਼ਰਾਰਤ ਨਾਲ ਅੱਗ ਲਗਾਈ ਸੀ, ਫਿਲਹਾਲ ਅੱਗ ਉੱਪਰ ਕਾਬੂ ਪਾ ਲਿਆ ਸੀ, ਪਰ ਉਹਨਾਂ ਦਾ ਨੁਕਸਾਨ ਕਾਫੀ ਹੋ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ 10 ਤਰੀਕ ਤੋਂ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ, ਪਰ ਸਿੱਧੀ ਅਦਾਇਗੀ ਸਿਸਟਮ ਨੂੰ ਲੈ ਕੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਗੁਰਦਾਸਪੁਰ ਦੀ ਵਰਸੋਲਾ ਦਾਣਾ ਮੰਡੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਹੈ ਕਿ ਉਹ ਪਿਛਲੇ 5 ਦਿਨਾਂ ਤੋਂ ਮੰਡੀਆਂ ਦੇ ਵਿੱਚ ਖੱਜਲ ਖੁਆਰ ਹੋ ਰਹੇ ਨੇ। ਉਹਨਾਂ ਦੀ ਫਸਲ ਨਹੀਂ ਵਿਕ ਰਹੀ ਹੈ ਅਤੇ ਆੜ੍ਹਤੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਬਾਰਦਾਨਾ ਨਾ ਮਿਲਣ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਮੰਡੀ ਦੀ ਖਰੀਦ ਪਨਸਪ ਏਜੰਸੀ ਨੇ ਕਰਨੀ ਹੈ ਤੇ ਖਰੀਦ ਸ਼ੁਰੂ ਹੋਈ ਨੂੰ 5 ਦਿਨ ਹੋ ਚੁੱਕੇ ਨੇ। ਏਜੰਸੀ ਦਾ ਕੋਈ ਵੀ ਅਧਿਕਾਰੀ ਉਹਨਾਂ ਦੇ ਕੋਲ ਨਹੀਂ ਪਹੁੰਚਿਆ ਅਤੇ ਨਾ ਹੀ ਉਹਨਾਂ ਨੂੰ ਬਾਰਦਾਨੇ ਬਾਰੇ ਕੁਝ ਦੱਸਿਆ ਗਿਆ। ਇਸ ਸੰਬੰਧੀ ਮੰਡੀਆਂ ਵਿੱਚ ਫਸਲ ਲੈ ਕੇ ਪਹੁੰਚੇ ਕਿਸਾਨਾਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਕਿਹਾ ਕਿ 10 ਅਪ੍ਰੈਲ ਤੋਂ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਹ ਮੰਡੀਆਂ ਵਿੱਚ ਫਸਲ ਲੈ ਕੇ ਪਹੁੰਚੇ ਸਨ, ਪਰ 4 ਦਿਨ ਬੀਤ ਚੁੱਕੇ ਨੇ ਅਤੇ ਅਜੇ ਤੱਕ ਕੋਈ ਅਧਿਕਾਰੀ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ ਅਤੇ ਨਾ ਹੀ ਉਹਨਾਂ ਦੀ ਫਸਲ ਚੁੱਕੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਪਿਛਲੇ 4 ਦਿਨਾਂ ਤੋਂ ਮੰਡੀਆਂ ਦੇ ਵਿੱਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਮੌਸਮ ਖਰਾਬ ਹੋਣ ਕਾਰਨ ਉਹਨਾਂ ਨੂੰ ਆਪਣੀ ਫਸਲ ਖਰਾਬ ਹੋਣ ਦੀ ਚਿੰਤਾ ਸਤਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮੰਡੀ ਵਿੱਚ ਪਨਸਪ ਏਜੰਸੀ ਨੇ ਖਰੀਦ ਕਰਨੀ ਹੈ, ਪਰ ਅਜੇ ਤੱਕ ਏਜੰਸੀ ਦਾ ਕੋਈ ਵੀ ਅਧਿਕਾਰੀ ਉਹਨਾਂ ਕੋਲ ਨਹੀਂ ਪਹੁੰਚਿਆ। ਦੇਸ਼ ਦਾ ਅੰਨਦਾਤਾ ਕਿਸਾਨ ਪਹਿਲਾਂ ਹੀ ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਉੱਥੇ ਹੀ ਕੁਦਰਤੀ ਆਫਤਾਂ ਕਾਰਨ ਕਿਸਾਨਾਂ ਨੂੰ ਵੱਡੀ ਮਾਰ ਪੈ ਰਹੀ ਹੈ। ਉੱਥੇ ਹੀ ਪਿੰਡ ਸੱਦੋ ਮਾਜਰਾ ਨੇੜੇ ਕਿਸਾਨਾਂ ਦੀ ਕਣਕ ਦੀ ਖੜੀ ਫਸਲ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦੇ ਹੋਏ ਕਿਸਾਨ ਕਰਨੈਲ ਸਿੰਘ, ਦਰਸ਼ਨ ਸਿੰਘ, ਮਿਹਰ ਸਿੰਘ, ਤਰਲੋਚਨ ਸਿੰਘ ਨੇ ਦੱਸਿਆ ਕਿ ਅਚਾਨਕ ਕਣਕ ਦੀ ਖੜੀ ਫਸਲ ਨੂੰ ਅੱਗ ਲੱਗ ਜਾਣ ਕਾਰਨ ਵੱਖ-ਵੱਖ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਕਿਸਾਨਾਂ ਵੱਲੋਂ ਟਰੈਕਟਰਾਂ ਰਾਹੀਂ ਅੱਗ ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ, ਪਰ ਫਿਰ ਵੀ ਕਿਸਾਨਾਂ ਦੀ 45 ਏਕੜ ਵੱਖ-ਵੱਖ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਉਹਨਾਂ ਦੀ ਫਸਲ ਸੜਨ ਤੋਂ ਬਾਅਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਦੁੱਖ ਦੀ ਘੜੀ ਵਿੱਚ ਸਾਰ ਲੈਣ ਨਹੀਂ ਪਹੁੰਚਿਆ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਦੁੱਖ ਦੀ ਘੜੀ ਵਿੱਚ ਕਿਸਾਨਾਂ ਦੀ ਸਾਰ ਲੈਣ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਲਖਵੀਰ ਰਾਏ ਅਤੇ ਨਾਹਰ ਸਿੰਘ ਨੇ ਦੱਸਿਆ ਹੈ ਕਿ ਕਰਨੈਲ ਸਿੰਘ 1.5 ਕਿੱਲਾ, ਦਰਸ਼ਨ ਸਿੰਘ 1.5 ਏਕੜ, ਮਿਹਰ ਸਿੰਘ 1.5 ਏਕੜ, ਤਰਲੋਚਨ ਸਿੰਘ 1.5 ਏਕੜ, ਜੋਗਾ ਸਿੰਘ 1.5 ਏਕੜ, ਅਜਾਇਬ ਸਿੰਘ 3 ਏਕੜ, ਹਰਿੰਦਰ ਸਿੰਘ 22 ਏਕੜ, ਖਾਲਸਾ ਸਿੰਘ 3 ਏਕੜ ਤੇ ਹੋਰ ਕਿਸਾਨਾਂ ਦੇ ਕਰੀਬ 45 ਏਕੜ ਫਸਲ ਸੜ ਕੇ ਸੁਆਹ ਹੋ ਗਈ ਹੈ। ਅੱਜ ਅਸੀਂ ਕਿਸਾਨ ਭਰਾਵਾਂ ਦਾ ਜੋ ਕਿ ਕੋਟਲਾ ਭਾਈਕਾਰ ਸੱਦੋ ਮਾਜਰੇ ਦੇ ਵਿੱਚ ਕਾਫੀ ਨੁਕਸਾਨ ਕਣਕ ਦਾ ਲੱਗਣ ਕਰਕੇ 13 ਤਰੀਕ ਵਿਸਾਖੀ ਵਾਲੇ ਦਿਨ ਹੋਇਆ ਹੈ। ਆ ਕੇ ਅੱਜ ਅਸੀਂ ਮੌਕਾ ਦੇਖਿਆ ਸੋ ਤਕਰੀਬਨ 50 ਕਿੱਲਿਆਂ ਦੇ ਗੇਟ 'ਚ ਕਣਕ ਨੂੰ ਅੱਗ ਲੱਗੀ ਹੋਈ ਹੈ। ਅਫਸੋਸ ਹੋਇਆ ਔਰ ਕਿਸਾਨਾਂ ਨਾਲ ਗੱਲ ਕਰਕੇ ਕਿ ਫਾਇਰ ਬ੍ਰਿਗੇਡ ਜਿਹੜੀ ਆਈ ਉਹ ਵੀ ਰਾਹ ਦੇ ਵਿੱਚ ਸ਼ਵ ਟੁੱਟ ਗਈ, ਕਿਉਂਕਿ ਪਹਿਲਾਂ ਕੋਈ ਕੰਮ ਨਹੀਂ ਕਰਾ ਕੇ ਰੱਖਦਾ। ਇਹ ਸਾਰੀ ਪ੍ਰਸ਼ਾਸਨ ਦੀ ਨਲਾਇਕੀ ਹੈ। ਜੇ ਆਈਆਂ ਨੇ ਗੋਬਿੰਦਗੜ੍ਹੋਂ ਉਦੋਂ ਨੂੰ ਅੱਗ ਸਾਰਾ ਨਗਰ ਜਿਹੜਾ ਚੁੱਬੜ ਕੇ ਸਾਰਿਆਂ ਨੇ ਕੋਸ਼ਿਸ਼ ਕਰਕੇ ਅੱਗ ਤੇ ਕਾਬੂ ਪਾ ਲਿਆ ਸੀਗਾ।
ਉਹ ਆ ਕੇ ਫੈਰੋਗੇੜਾ ਮੁੜ ਗਈਆਂ। ਪਰ ਜ਼ਿਆਦਾ ਦੁੱਖ ਵਾਲੀ ਗੱਲ ਇਹ ਹੈ ਕਿ ਅੱਜ ਤੱਕ ਇਹਨਾਂ ਦੁਖੀ ਕਿਸਾਨਾਂ ਦੇ ਕੋਲ ਜਿਹੜੇ ਆਪਣਾ ਸਾਲ ਦਾ ਗੁਜ਼ਾਰਾ ਸਾਰਾ ਅੱਗ ਦੀ ਭੇਟ ਚੜਾ ਬੈਠੇ ਵਿਚਾਰੇ, ਵੀ ਅਫਸੋਸ ਹੈ ਕਿ ਅੱਜ ਤੱਕ ਨਾ ਤਾਂ ਕੋਈ ਮੌਜੂਦਾ ਸਰਕਾਰ ਦਾ MLA ਜਾਂ ਕੋਈ ਮੰਤਰੀ ਇੱਥੇ ਪਹੁੰਚਿਆ, ਨਾ ਕੋਈ ਤਹਿਸੀਲਦਾਰ SDM DC ਸਾਹਿਬਾਨ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਆ ਕੇ ਦੁਖੀ ਕਿਸਾਨਾਂ ਦੀ ਕੋਲ ਬੈਠੇ ਆ। 3 ਕਿਲੋਮੀਟਰ ਤੇ ਸਾਡਾ ਸਾਰਾ ਪ੍ਰਸ਼ਾਸਨ ਬੈਠਾ ਹੈ। ਅਫਸੋਸ ਆ ਵੀ 3 ਕਿਲੋਮੀਟਰ ਤੇ ਆ ਕੇ ਇਹਨਾਂ ਨੂੰ ਧਰਾਸ ਵੀ ਨਹੀਂ ਦੇ ਸਕੇ। 19 ਅਪ੍ਰੈਲ ਨੂੰ ਅਜਨਾਲਾ ਦੇ ਕਸਬਾ ਕੁੱਕੜਵਾਲਾਂ ਵਿਖੇ ਹੋਣ ਜਾ ਰਹੇ ਕਿਸਾਨ ਮਹਾ ਸੰਮੇਲਨ ਦੇ ਸੰਬੰਧ ਵਿੱਚ ਸਮਾਗਮਾਂ ਦੀ ਪ੍ਰਬੰਧਕ ਅਤੇ ਅਦਾਕਾਰਾ ਸੋਨੀਆ ਮਾਨ ਵੱਲੋਂ ਅਜਨਾਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੱਸਿਆ ਹੈ ਕਿ ਉਹਨਾਂ ਵੱਲੋਂ 19 ਤਰੀਕ ਨੂੰ ਹੋਣ ਜਾ ਰਹੀ ਮਹਾ ਪੰਚਾਇਤ ਦੇ ਸੰਬੰਧ ਵਿੱਚ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਵੀਂ ਪਾਰਟੀ ਆਉਣੀ ਚਾਹੀਦੀ ਹੈ ਤੇ ਨਵੀਂ ਪੀੜ੍ਹੀ ਨੂੰ ਮੌਕਾ ਮਿਲਣਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਤਰੱਕੀ ਚਾਹੁੰਦੇ ਹਾਂ ਤਾਂ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਸਿਆਸੀ ਰੈਲੀਆਂ ਨਹੀਂ ਜਾਣਾ ਚਾਹੀਦਾ ਤੇ ਸਗੋਂ ਇਹ ਚਾਹੀਦਾ ਹੈ ਕਿ ਜਦੋਂ ਤੱਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਲੈਕਸ਼ਨ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਉਹਨਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਨਾ ਹੀ ਹੋਏਗਾ, ਉਹ ਸਿਰਫ ਕਿਸਾਨਾਂ ਨਾਲ ਰਹਿਣਗੇ। 19 ਤਰੀਕ ਨੂੰ ਸਾਡੀ ਕਿਸਾਨੀ ਸਭਾ ਕਰਵਾਈ ਜਾ ਰਹੀ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ। ਐਕਚੁਅਲੀ ਉਹਦੀ ਅਗਵਾਈ ਮੈਂ ਕਰ ਰਹੀ ਹਾਂ ਉਸ ਕਿਸਾਨੀ ਸਭਾ ਦੀ, ਕਿਉਂਕਿ ਮੈਂ ਸੋਚਿਆ ਵੀ ਸਾਡੇ ਅੰਮ੍ਰਿਤਸਰ ਹਲਕੇ ਦੇ ਵਿੱਚ ਹਜੇ ਤੱਕ ਕੋਈ ਵੀ ਇਹੋ ਜਿਹੀ ਵੱਡੀ ਕਿਸਾਨੀ ਸਭਾ ਨਹੀਂ ਹੋਈ। ਐਂਡ ਮੇਰੇ ਫਾਦਰ ਸਾਹਿਬ ਦੀ ਹਰ ਸਾਲ ਅਸੀਂ ਬਰਸੀ ਜ਼ਰੂਰ ਮਨਾਉਂਦੇ ਸੀਗੇ ਕੁੱਕੜਾਂ ਵਾਲੇ, ਔਰ ਮੇਰੇ ਫਾਦਰ ਸਾਹਿਬ ਸ਼੍ਰੀ ਬਲਦੇਵ ਸਿੰਘ ਮਾਨ ਕਾਮਰੇਡ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਜ਼ਦੂਰਾਂ ਵਾਸਤੇ ਦਿੱਤੀ ਹੈ ਔਰ ਕਿਸਾਨਾਂ ਵਾਸਤੇ ਦਿੱਤੀ ਹੈ। ਬਟ ਐਤਕੀ ਮੈਂ ਸੋਚਿਆ ਕਿ ਕਿਉਂ ਨਾ ਉਹਨਾਂ ਦੀ ਯਾਦ ਦੇ ਵਿੱਚ ਮੈਂ ਇੱਕ ਕਿਸਾਨੀ ਸਭਾ ਕਰਾਵਾਂ, ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਲੀਡਰਸ ਨੂੰ ਉੱਥੇ ਇਨਵਾਈਟ ਕੀਤਾ ਜਾਵੇ ਔਰ ਸਾਡੇ ਕਿਸਾਨੀ ਬਿੱਲਾਂ ਦੇ ਉੱਤੇ ਗੱਲ ਹੋਵੇ। ਸਾਡੇ ਜਿੰਨੇ ਵੀ ਕਲਾਕਾਰ ਪਹਿਲੇ ਦਿਨ ਤੋਂ ਇਸ ਮੋਰਚੇ ਦੇ ਨਾਲ ਜੁੜੇ ਹੋਏ ਨੇ ਉਹ ਇੱਥੇ ਆਉਣ ਔਰ ਸਾਡੇ ਮਾਝੇ ਦੇ ਉਠਾਉਣ ਵਾਲੀ ਗੱਲ ਕਰਨ, ਕਿਉਂਕਿ ਸਾਡਾ ਮਾਝਾ ਇਸ ਟਾਈਮ ਦੇ ਉੱਤੇ ਬਹੁਤ ਪਿੱਛੇ ਹੈ। ਲੁਧਿਆਣਾ ਵਿੱਚ ਬਜ਼ੁਰਗ ਮਹਿਲਾਵਾਂ ਦਾ ਇਲਜ਼ਾਮ, ਨਸ਼ਾ ਕਰਕੇ ਮਰ ਰਹੇ ਪੁੱਤ, ਪੁਲਿਸ ਨਹੀਂ ਕਰ ਰਹੀ ਕੋਈ ਵੀ ਕਾਰਵਾਈ। ਮਹਿਲਾ ਨੇ ਇਹ ਇਲਜ਼ਾਮ ਲਾਇਆ ਕਿ ਉਸਦੇ ਪੁੱਤ ਦੀ ਪਹਿਲਾਂ ਹੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ, ਪਤੀ ਸਿਰ ਤੇ ਨਹੀਂ ਹੈ। ਇੰਨਾ ਹੀ ਨਹੀਂ, ਮਹਿਲਾਵਾਂ ਨੇ ਨਸ਼ੇ ਦੇ ਸੌਦਾਗਰਾਂ ਤੋਂ ਤੰਗ ਆ ਕੇ ਰੇਲ ਗੱਡੀਆਂ ਥੱਲੇ ਆਉਣ ਦੀ ਵੀ ਗੱਲ ਆਖੀ ਹੈ। ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋ ਚੁੱਕੇ ਹਨ ਅਤੇ ਸਰਕਾਰ ਦਾ ਕਹਿਣਾ ਹੈ ਕਿ 85% ਵਾਅਦੇ ਸਰਕਾਰ ਪੂਰੇ ਕਰ ਚੁੱਕੀ ਹੈ। ਇਹਨਾਂ ਵਾਅਦਿਆਂ ਵਿੱਚ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਕੈਪਟਨ ਸਾਹਿਬ ਦਾ ਨਸ਼ਾ ਖਤਮ ਕਰਨ ਦਾ ਵਾਅਦਾ ਵੀ ਆਉਂਦਾ ਹੈ। ਇਸ ਬਾਰੇ ਮਨਜੀਤ ਨਗਰ ਸਿੰਘ ਬੋਲਦਿਆਂ ਬਜ਼ੁਰਗ ਮਹਿਲਾਵਾਂ ਨੇ ਸਾਰੇ ਪਰਦੇ ਖੋਲੇ ਨੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਨਸ਼ਾ ਕਰਦੇ ਹਨ ਅਤੇ ਘਰਾਂ ਦਾ ਸਮਾਨ ਚੋਰੀ ਕਰਕੇ ਵੇਚ ਦਿੰਦੇ ਹਨ। ਕੁਝ ਮਹਿਲਾਵਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਉਹ ਵਿਧਵਾ ਹਨ ਅਤੇ ਜੇਕਰ ਉਹ ਸ਼ਾਮ ਨੂੰ 500 ਰੁਪਇਆ ਕਮਾਉਂਦੀਆਂ ਨੇ ਤਾਂ ਉਹਨਾਂ ਦੇ ਪੁੱਤ ਖੋ ਕੇ ਨਸ਼ਾ ਕਰਕੇ ਲੈ ਜਾਂਦੇ ਨੇ। ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਉਹਨਾਂ ਉੱਪਰੋਂ ਵੱਡੇ ਇਲਜ਼ਾਮ ਲਗਾਏ ਨੇ ਅਤੇ ਕਿਹਾ ਹੈ ਕਿ ਪੁਲਿਸ ਉਹਨਾਂ ਦੀ ਸੁਣਵਾਈ ਨਹੀਂ ਕਰਦੀ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਆਪਣੇ ਬੱਚਿਆਂ ਨੂੰ ਬਚਾ ਸਕਣ। ਬਜ਼ੁਰਗ ਮਹਿਲਾਵਾਂ ਨੇ ਇਲਾਕੇ ਵਿੱਚ ਨਸ਼ਾ ਵੇਚਣ ਨੂੰ ਲੈ ਕੇ ਮੋਰਚਾ ਖੋਲਿਆ ਤੇ ਪੁਲਿਸ ਦੇ ਖਿਲਾਫ ਵੀ ਰੱਜ ਕੇ ਪੜਾਸ ਕੱਢੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਕਾਰਵਾਈ ਨਹੀਂ ਕਰਦੇ, ਇਸ ਕਾਰਨ ਉਹਨਾਂ ਦੇ ਇਲਾਕੇ ਵਿੱਚ ਨਸ਼ਾ ਵਿਕਦਾ ਹੈ ਤੇ ਇੰਨਾ ਹੀ ਨਹੀਂ, ਕੁਝ ਵਿਧਵਾ ਔਰਤਾਂ ਨੇ ਸੁਸਾਈਡ ਕਰਨ ਦੀ ਵੀ ਗੱਲ ਆਖੀ ਹੈ। ਮੇਰਾ ਨਾਮ ਬਲਵਿੰਦਰ ਕੌਰ ਗੋਗੀ ਹੈ ਜੀ। ਮੈਂ ਮਨਜੀਤ ਨਗਰ ਤੋਂ ਬੋਲ ਰਹੀ ਹਾਂ ਕਿ ਮਨਜੀਤ ਨਗਰ 'ਚ ਬੀਬੀਆਂ ਭੈਣਾਂ ਦੇ ਮਾਵਾਂ ਦੇ ਬੱਚੇ ਨਸ਼ੇ ਪੱਤਰ ਖਾ ਕੇ ਇਹ ਮਾਵਾਂ ਨੂੰ ਇੰਨਾ ਕਾਲਾਂ ਨੂੰ ਦੁਖੀ ਕੀਤਾ ਹੈ ਨਾ, ਘਰ ਦੀਆਂ ਨਾਲੋਂ ਜੋ ਚੀਜ਼ਾਂ ਵੇਚਣ। ਦੱਸ ਸਾਡੀਆਂ ਦੇ ਚੀਜ਼ਾਂ LCDਆਂ ਤੱਕ ਨਿਆਣਿਆਂ ਨੇ ਤੋੜੀਆਂ ਆ। ਇੱਥੋਂ ਬਾਹਰੋਂ ਆ ਕੇ ਆਹ ਜਗ੍ਹਾ ਦੇ ਉੱਤੇ ਬੈਠ ਕੇ ਤਾਂ ਨਸ਼ਾ ਵਿਕਦਾ ਆ। ਇੱਥੇ ਸਾਡੇ ਮੁੰਡੇ ਸਾਡੇ ਗਲ 'ਚ ਗੁੱਠੇ ਦੇ ਕੇ ਪੈਸੇ ਲੈਂਦੇ ਆ। ਕਿੱਥੋਂ ਦੇਈਏ ਅਸੀਂ ਰੋਜ਼? ਜਦੋਂ ਸਾਡੇ ਮੁੰਡੇ ਕਰਦੇ ਸੀ ਉਦੋਂ ਤਾਂ ਨਿੱਤ ਤੀਆਂ ਦਾ ਪੁਲਸਾਂ ਸਾਡੇ ਕੋਠਿਆਂ ਤੇ ਚੜ੍ਹਦੀ ਸੀ। ਹਾਂਜੀ ਸਰ, ਇਹਨਾਂ ਦੇ ਇਲਜ਼ਾਮ ਨੇ ਕਿ ਇਹਨਾਂ ਵੱਲੋਂ ਜਿਹੜੀਆਂ ਬਾਰ-ਬਾਰ ਕੰਪਲੇਂਟ ਦੇਣ ਦੇ ਬਾਵਜੂਦ ਜਿਹੜੀ ਕਾਰਵਾਈ ਨਹੀਂ ਹੁੰਦੀ, ਕਿਤੇ ਨਾ ਕਿਤੇ ਮਹਿਲਾਵਾਂ ਜਿਹੜੀਆਂ ਪਰੇਸ਼ਾਨ ਨਜ਼ਰ ਆਉਂਦੀਆਂ ਨੇ ਵੀ ਚਿੱਟਾ ਵਿਕਦਾ। ਵਾਰ-ਵਾਰ ਕੋਈ ਪਹਿਲਾਂ ਕੰਪਲੇਂਟ ਇਹਦੇ ਨਾਲ ਦੀ ਆਈ ਤੇ ਨਹੀਂ। ਜੇਕਰ ਸਾਨੂੰ ਕੋਈ ਕੰਪਲੇਂਟ ਇਹਦੇ ਰਿਕਾਰਡਿੰਗ ਕੋਈ ਨਸ਼ੇ ਦੇ ਪ੍ਰਤੀ ਆਉਂਦੀ, ਅਸੀਂ ਉਹਨੂੰ ਪੁੱਛਗਿੱਛ ਕਰਦੇ ਹਾਂ ਕਿ ਨਸ਼ਾ ਕਰਦਾ ਹੈ ਜਾਂ ਨਹੀਂ ਕਰਦਾ। ਜੇ ਕੋਈ ਨਸ਼ਾ ਕਰਨ ਦਾ ਰਿਕਾਰਡਿੰਗ ਕੋਈ ਬੰਦਾ ਸਾਹਮਣੇ ਆਉਂਦਾ, ਅਸੀਂ ਉਹਦੇ ਵਿਰੁੱਧ ਕਾਰਵਾਈ ਕਰਦੇ ਹਾਂ ਜੀ। ਕੋਵਿਡ ਦੇ ਹੁਣ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ 10ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ, ਜਦਕਿ 12ਵੀਂ ਦੀ ਪ੍ਰੀਖਿਆ ਪੋਸਟਪੋਨ ਕਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪੇ ਨਿਰਾਸ਼ ਨੇ। CBSE ਤੋਂ ਬਾਅਦ ਹੁਣ ਪੰਜਾਬ ਬੋਰਡ ਵੱਲੋਂ ਵੀ ਅਲੱਗ-ਅਲੱਗ ਕਲਾਸ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਜਾ ਰਹੀਆਂ ਨੇ। CBSE ਦੁਆਰਾ 10ਵੀਂ ਦੀ ਪ੍ਰੀਖਿਆ ਨੂੰ ਰੱਦ ਕਰਨ ਦੇ ਫੈਸਲੇ ਤੋਂ ਨਿਰਾਸ਼ ਵਿਦਿਆਰਥੀਆਂ ਦਾ ਤਰਕ ਹੈ ਕਿ 9ਵੀਂ ਜਮਾਤ ਦੀ ਆਫਲਾਈਨ ਪ੍ਰੀਖਿਆ ਤੇ 10ਵੀਂ ਦੀ ਆਨਲਾਈਨ ਯੂਨੀ ਪ੍ਰੀਖਿਆ ਦੇ ਆਧਾਰ ਤੇ ਅੱਗੇ ਵਧਾਉਣਾ ਗਲਤ ਹੈ, ਕਿਉਂਕਿ ਯੂਨੀ ਪ੍ਰੀਖਿਆ ਨੂੰ ਆਮ ਤੌਰ ਤੇ
ਵਿਦਿਆਰਥੀ ਲਾਈਟਲੀ ਲੈਂਦੇ ਨੇ, ਜਦਕਿ ਫਾਈਨਲ ਪ੍ਰੀਖਿਆਵਾਂ ਵਿੱਚ ਡਬਲ ਮਿਹਨਤ ਕਰਦੇ ਨੇ। ਸੋ ਯੂਨੀ ਪ੍ਰੀਖਿਆ ਦੇ ਹਿਸਾਬ ਨਾਲ ਅੱਗੇ ਵਧਾਉਣਾ ਠੀਕ ਨਹੀਂ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਤਰਕ ਹੈ ਕਿ 10ਵੀਂ ਤੋਂ ਬਾਅਦ ਪੜ੍ਹਾਈ ਦਾ ਸਿਸਟਮ ਬਦਲ ਜਾਂਦਾ ਹੈ। ਉਹਨਾਂ ਆਰਟਸ, ਨਾਨ ਮੈਡੀਕਲ ਤੇ ਮੈਡੀਕਲ ਵਿੱਚ ਆਪਣੀ 10ਵੀਂ ਦੀ ਫਾਈਨਲ ਪ੍ਰੀਖਿਆ ਵਿੱਚੋਂ ਕਾਬਲੀਅਤ ਦੇ ਹਿਸਾਬ ਨਾਲ ਫੈਸਲਾ ਕਰਨਾ ਹੁੰਦਾ ਹੈ। 10th ਦੇ ਐਗਜ਼ਾਮ ਮੇਰੇ ਖਿਆਲ ਨਾਲ ਤਾਂ ਹੋਣੇ ਚਾਹੀਦੇ ਸੀ। ਇਹ ਸਰਕਾਰ ਨੇ ਗਲਤ ਕੀਤਾ ਕਿ ਹੈ ਨਾ ਐਗਜ਼ਾਮ ਕੈਂਸਲ ਹੀ ਕਰਤੇ ਆ, ਕਿਉਂਕਿ 10th ਦੀ ਪਰਸੈਂਟੇਜ ਬਹੁਤ ਇੰਪੋਰਟੈਂਟ ਆ। ਅਤੇ ਅਗਰ 10th ਦੇ ਹੈ ਨਾ ਐਗਜ਼ਾਮਸ ਉਹਦੇ ਸਕੂਲ ਵਾਲੇ ਦੇ ਦੇਣਗੇ ਨੰਬਰ ਬਿਨਾਂ ਹੈ ਨਾ, ਸਾਨੂੰ ਵੀ ਨਹੀਂ ਹੋਵੇਗਾ ਕਿ ਸੈਟਿਸਫਾਈ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਦੇ ਜੋ ਸਕੂਲ ਵਾਲਿਆਂ ਕੋਲ ਨੰਬਰ ਮਿਲਣੇ ਆ ਅਤੇ CBSE ਦੇ ਨੰਬਰ ਬਹੁਤ ਡਿਫਰੈਂਟ ਹੋਣਾ। CBSE ਦਾ ਜੋ ਹੈ ਨਾ ਕ੍ਰਾਈਟੀਰੀਆ ਸਭ ਕੁਛ ਉਹ ਬਹੁਤ ਡਿਫਰੈਂਟ ਆ, ਜਿਹੜੇ ਸਕੂਲ ਦੇ ਕ੍ਰਾਈਟੀਰੀਆਸ ਅਸੈਸਮੈਂਟ ਵਗੈਰਾ ਉਹ ਸਭ ਤੋਂ ਬਹੁਤ ਡਿਫਰੈਂਟ ਆ ਅਤੇ ਬਹੁਤ ਇਫੈਕਟ ਪਾਉਣਾ ਆ ਇਸ ਚੀਜ਼। ਸੀਐਮ ਸਿਟੀ ਵਿੱਚ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰੇ ਅਤੇ ਚੱਲ ਰਹੇ ਸੰਘਰਸ਼ ਲਗਾਤਾਰ ਜਾਰੀ ਨੇ। ਉੱਥੇ ਹੀ BSNL ਦੇ ਟਾਵਰ ਤੇ ETT ਬੇਰੁਜ਼ਗਾਰ ਅਧਿਆਪਕਾਂ ਤੋਂ ਬਾਅਦ ਬਿਜਲੀ ਬੋਰਡ ਦੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਵੀ ਨੌਕਰੀ ਦੀ ਪ੍ਰਾਪਤੀ ਨੂੰ ਲੈ ਕੇ ਅੱਜ ਆਯੁਰਵੈਦਿਕ ਕਾਲਜ ਦੀ ਟੈਂਕੀ ਤੇ ਚੜ੍ਹ ਗਏ। ਆਸ਼ਰਿਤ ਦੇ ਵਾਰਸਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ, ਬਲਕਿ ਨੌਕਰੀ ਚਾਹੀਦੀ ਹੈ। ਆਸ਼ਰਿਤ ਮੁਲਾਜ਼ਮ ਜਿਸ ਟੈਂਕੀ ਤੇ ਚੜ੍ਹ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ, ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੋਂ ਥੋੜੀ ਕੁ ਦੂਰੀ ਤੇ ਹੈ। ਟੈਂਕੀ ਤੇ ਚੜ੍ਹਨ ਤੋਂ ਬਾਅਦ ਆਸ਼ਰਿਤ ਵਾਰਸਾਂ ਨੇ ਮੰਗ ਵਾਲਾ ਪੈਂਪਲੇਟ ਹੇਠਾਂ ਸੁੱਟਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਆ ਸਾਡੀਆਂ ਮੰਗਾਂ ਹਨ, ਜਿਸ ਨੂੰ ਪ੍ਰਵਾਨ ਕਰਦੇ ਹੋ ਤਾਂ ਅਸੀਂ ਟੈਂਕੀ ਤੋਂ ਹੇਠਾਂ ਉਤਰ ਆਵਾਂਗੇ। ਆਸ਼ਰਿਤ ਪਰਿਵਾਰਾਂ ਦੇ ਵਾਰਸਾਂ ਦਾ ਲਗਾਤਾਰ ਧਰਨਾ ਪੰਜਾਬ ਰਾਜ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਵੀ ਜਾਰੀ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਲਦੀਪ ਕੌਰ। ਅੱਛਾ ਜੀ, ਅੱਜ ਤੁਸੀਂ ਇੱਥੇ ਜੋ ਟੈਂਕੀ ਦੇ ਮਤਲਬ ਬੰਦੇ ਚੜ੍ਹੇ ਨੇ, ਤੁਸੀਂ ਕੀ ਕਾਰਨ ਹੈ ਜਿਹੜੇ ਮਤਲਬ ਅਸੀਂ ਸਾਡੇ ਫਾਦਰ ਸਾਹਿਬ ਦੀ ਬਿਜਲੀ ਬੋਰਡ ਵਿੱਚ ਕੰਮ ਕਰ ਰਹੇ ਸੀ, ਪਰ ਉਹਨਾਂ ਦੀ ਡੈਥ ਹੋ ਗਈ ਸੀ। ਪਰ ਡੈਥ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਨੌਕਰੀ ਨਹੀਂ ਦਿੱਤੀ 2002 ਤੋਂ ਲੈ ਕੇ 10 ਤੱਕ। ਇਹਨਾਂ ਨੇ ਸਾਰੇ ਸਾਡੇ ਬੰਦ ਕੀਤੇ ਹੋਏ ਨੇ, ਜਿਹੜੇ ਸਾਰੇ ਬੈਠੇ ਸਾਡੇ ਨਾਲ ਦੇ ਮੁਲਾਜ਼ਮ ਪਰ ਸਾਨੂੰ ਨੌਕਰੀ ਨਹੀਂ ਦੇ ਰਹੇ ਹੈ। ਕਿੰਨੇ ਕ ਬੰਦੇ ਚੜੇ ਵੀ ਉੱਪਰ? 15 ਜਣੇ ਨੇਗੇ ਤੇ 2 ਨਾਲ ਬੱਚੇ, 5 ਲੇਡੀਜ਼। ਜੀ ਅਗਲੀ ਰਣਨੀਤੀ ਤੁਹਾਡੀ ਕੀ ਹੋਏਗੀ? ਅੱਗੇ ਰਣਨੀਤੀ ਇਹ ਹੈ ਵੀ ਸਾਨੂੰ ਜੁਆਇਨਿੰਗ ਲੈਟਰ ਦਿੱਤੇ ਜਾਣ ਤੇ ਸਾਡੀ ਜਿਹੜੀ ਪਾਲਿਸੀ ਉਹ ਲਾਗੂ ਕੀਤੀ ਜਾਵੇ। ਤੁਸੀਂ ਬਿਜਲੀ ਬੋਰਡ ਦੇ ਬਾਹਰ ਵੀ ਧਰਨਾ ਦੇ ਬੈਠੇ ਸੀ ਸਵੇਰ ਦੇ, ਅੱਜ ਕੀ ਬਣਿਆ ਉੱਥੇ? ਪਰ ਸਾਡਾ ਕੋਈ ਸੁਣਵਾਈ ਨਹੀਂ ਕਰ ਰਹੇ ਹੈਗੇ, ਮਹਿਕਮਾ ਸਾਡਾ ਕੋਈ ਨਹੀਂ ਸਾਨੂੰ ਸੁਣ ਰਿਹਾ। ਮੀਟਿੰਗਾਂ ਦੇ ਦਿੰਦੇ ਤੇ ਮੀਟਿੰਗ ਦੇ ਕੇ ਅੱਗੋਂ ਕੋਈ ਪ੍ਰੋਸੈਸ ਨਹੀਂ ਕਰ ਰਹੇ। ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਜੀ ਹੁਣ ਤੁਹਾਡੇ ਕੋਲ? ਹਾਲੇ ਤੱਕ ਤਾਂ ਕੋਈ ਨਹੀਂ ਪਹੁੰਚਿਆ। ਭਾਵੇਂ ਕਿ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਇਸ ਵਾਰ ਖਰੀਦ ਦੇ ਵਿੱਚ ਕਿਸਾਨ, ਮਜ਼ਦੂਰ ਅਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਪਰੰਤੂ ਇਸ ਦੇ ਬਾਵਜੂਦ ਅਨਾਜ ਮੰਡੀਆਂ ਦੇ ਵਿੱਚ ਪਰੇਸ਼ਾਨੀਆਂ ਦੇਖਣ ਨੂੰ ਮਿਲ ਰਹੀਆਂ ਨੇ। ਸਰਕਾਰ ਨੇ ਵਾਅਦਾ ਕੀਤਾ ਸੀ ਕਿ 48 ਘੰਟਿਆਂ ਵਿੱਚ ਖਰੀਦੀ ਗਈ ਕਣਕ ਦੀ ਅਦਾਇਗੀ ਹੋਵੇਗੀ, 72 ਘੰਟਿਆਂ ਦੇ ਵਿੱਚ ਲਿਫਟਿੰਗ, ਪਰੰਤੂ 6 ਦਿਨ ਬਾਅਦ ਵੀ ਕਿਸਾਨਾਂ ਨੂੰ 1 ਰੁਪਏ ਦੀ ਅਦਾਇਗੀ ਨਹੀਂ ਹੋਈ ਹੈ ਅਤੇ ਲਿਫਟਿੰਗ ਵੀ ਕੱਛੂ ਦੀ ਚਾਲ ਤੇ ਚੱਲ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਮੰਡੀਆਂ ਦੇ ਵਿੱਚ ਬੇਹੱਦ ਪਰੇਸ਼ਾਨ ਨੇ। ਪੰਜਾਬ ਸਰਕਾਰ ਵੱਲੋਂ ਇਸ ਵਾਰੀ ਆੜ੍ਹਤੀ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਗਿਆ ਸੀ ਕਿ ਇਸ ਵਾਰ ਮੰਡੀਆਂ ਦੇ ਵਿੱਚ ਖਰੀਦ ਸੰਬੰਧਾਂ ਦੇ ਵਿੱਚੋਂ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਨੇ ਵੀ ਦਾਅਵਾ ਕੀਤਾ ਸੀ ਕਿ ਮੰਡੀਆਂ ਦੇ ਵਿੱਚ ਖਰੀਦੀ ਗਈ ਕਣਕ ਦੀ ਅਦਾਇਗੀ 48 ਘੰਟਿਆਂ ਦੇ ਵਿੱਚ ਕੀਤੀ ਜਾਵੇਗੀ ਤੇ 72 ਘੰਟਿਆਂ ਦੇ ਵਿੱਚ ਲਿਫਟਿੰਗ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੜਤਾਲ ਤੇ ਚੱਲ ਰਹੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਸੀ ਕਿ ਬੀਤੇ ਸੋਮਵਾਰ ਤੱਕ ਉਹਨਾਂ ਦੇ 131 ਕਰੋੜ ਰੁਪਏ ਬਕਾਇਆ ਵੀ ਖਾਤਿਆਂ ਦੇ ਵਿੱਚ ਪਾ ਦਿੱਤਾ ਜਾਵੇਗਾ। ਹਾਂਜੀ ਸਰ, ਕਿੱਦਾਂ ਦੀ ਦਿੱਕਤਾਂ ਆ ਰਹੀਆਂ ਜੀ? ਕੀ ਨਾਮ ਹੈ ਜੀ? ਮੇਰਾ ਨਾਮ ਸੁਖਵੀਰ ਸਿੰਘ ਸੁੱਖਾ ਹੈ ਜੀ। ਦਿੱਕਤਾਂ ਤਾਂ ਇਹ ਹੈਗੀਆਂ ਜੀ, ਜਿਹੜਾ ਸਰਕਾਰ ਦਾ ਸਿਸਟਮ ਆ ਇਹ ਫੇਲੇ ਹੋਇਆ ਹੈਗਾ ਜੀ। ਮੰਡੀਆਂ ਦੇ ਵਿੱਚ ਬਾਰਦਾਨਾ ਨਹੀਂ ਹੈਗਾ। ਇੰਸਪੈਕਟਰ ਸਾਹਿਬ ਵੀ ਵਿਚਾਰੇ ਕਿਆ ਕਰਨ, 5 ਮੰਡੀਆਂ ਉਹਨਾਂ ਦੇ ਕੋਲ, ਉਹ ਵੀ ਕਿੱਥੇ ਹਾਜ਼ਰ ਹੋਣ। ਸਰਕਾਰ ਨੇ ਭਰਤੀ ਨਾ ਕਰਕੇ ਭੱਠਾ ਬਠਾਲ ਦਾ ਬਾਰਦਾਨਾ ਤੁਹਾਡੇ ਸਾਹਮਣੇ ਹੀ ਪਿਆ ਜੀ, ਕਿੰਨੀਆਂ ਬੋਰੀਆਂ ਭਰੀਆਂ ਹੋਈਆਂ ਪਈਆਂ। ਅਸੀਂ ਜਿਹੜੀ ਲੇਬਰ ਹੈਗੀ ਆ, ਸਾਡੀ ਲੇਬਰ ਇੰਨੀ ਤੰਗ ਹੋਈ ਆ, ਉਹ ਕਦ ਰਾਤ ਤੱਕ ਮਾਲ ਭਰਦੇ ਆ ਜੀ, ਫਿਰ ਉਹ ਤੋਂ ਬਾਅਦ ਉਹ ਢਾਂਕ ਲਾਉਂਦੇ ਆ। ਕੋਈ ਸਿਸਟਮ ਨਹੀਂ ਜੀ ਚੱਲ ਰਿਹਾ ਇਹਨਾਂ ਦਾ, ਲੋਡਿੰਗ ਹੋਏ ਨਹੀਂ ਰਹੀ ਹੈਗੀ। ਤੁਸੀਂ ਦੇਖ ਰਹੇ ਆ ਮੰਡੀ ਦੇ ਵਿੱਚ ਘੁੰਮ ਕੇ ਜੀ। ਮੇਹਰ ਸਿੰਘ ਨਾਮ ਹੈ ਜੀ ਮੇਰਾ। ਕਿਹੜੇ ਪਿੰਡ ਤੋਂ ਜੀ? ਪਿੰਡ ਛੋਟਾ ਮਨਸੂਆ। ਅੱਛਾ, ਕਿੱਦਾਂ ਦੀਆਂ ਦਿੱਕਤਾਂ ਆ ਰਹੀਆਂ ਮੰਡੀ ਦੇ ਵਿੱਚ ਇਸ ਵਾਰੀ ਜਿਹੜੀ ਤੁਹਾਨੂੰ? ਮੰਡੀਆਂ ਸਾਨੂੰ 2 ਦਿਨ ਹੋ ਗਏ ਰੋਡਦਿਆਂ ਨੂੰ ਜੀ, ਬਾਰਦਾਨਾ ਨਹੀਂ ਮਿਲਦਾ। ਬਾਰਦਾਨੇ ਬਿਨਾਂ ਕਣਕ ਨਹੀਂ ਭਰ ਹੁੰਦੀ। ਕਿਵੇਂ ਦੇਖਦੇ ਹੋ ਇਸ ਵਾਰੀ ਪਰੇਸ਼ਾਨੀ ਆਈ ਹੈ ਜਾਂ ਪਹਿਲਾਂ ਵੀ ਪਿਛਲੇ ਸਾਲਾਂ 'ਚ ਜੋ ਆਉਂਦੀ ਰਹੀ ਹੈ? ਪਿਛਲੇ ਸਾਲਾਂ 'ਚ ਤਾਂ ਇੰਨੀ ਨਹੀਂ ਆਈ ਜਾਣੀ, ਇਸ ਸਾਲ ਜ਼ਿਆਦਾ ਆਈ ਹੈ। ਕੀ ਕਾਰਨ ਕੀ ਮੰਨਦੇ ਹੋ, ਕਾਹਤੇ ਆ ਰਹੀ ਹੈ? ਕਾਹਤੇ ਸਾਨੂੰ ਤਾਂ ਹੁਣ ਇੱਕ ਤਾਂ ਆੜ੍ਹਤੀ ਵੀ ਵਿਚਾਰੇ ਔਖੇ ਹੋਏ ਬੈਠੇ ਆ। ਪੇਮੈਂਟਾਂ ਕਹਿੰਦੇ ਜ਼ਿਮੀਂਦਾਰਾਂ ਦੇ ਖਾਤਿਆਂ 'ਚ ਪਾਉਣੀਆਂ, ਉਹ ਵਿਚਾਰੇ ਸਾਨੂੰ ਪੈਸਾ ਵੀ ਨਹੀਂ ਦਿੰਦੇ। ਅਸੀਂ ਆਪ ਤੰਗ ਹੋਏ ਆ। ਡੀਜ਼ਲ ਨੂੰ ਪੈਸਾ ਨਹੀਂ, ਆੜ੍ਹਤੀ ਸਾਨੂੰ ਕਹਿੰਦੇ ਤੁਸੀਂ ਸਾਨੂੰ ਦੇ ਦਿਓ। ਜੇ ਆੜ੍ਹਤੀ ਨੂੰ ਜਾ ਕੇ ਪੁੱਛਦੇ ਆ ਵੀ
महाराज दे दो सानू पैसे, वो कहते तुसीं दे दो सानू, जब साढ़े को पैसे नहीं आना सानू कित्थे दे दईए। आंगणवाड़ी वर्करां ने ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਦੀਨਾਨਗਰ ਸਥਿਤ ਘਰ ਦੇ ਸਾਹਮਣੇ ਸੜਕ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਅਨਿਸ਼ਚਿਤ ਕਾਲ ਲਈ ਰਾਜ ਸਤਰ ਉੱਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਆਂਗਣਵਾੜੀ ਵਰਕਰਾਂ ਨੇ ਕਿਹਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਇਹ ਪ੍ਰਦਰਸ਼ਨ ਇੰਜ ਹੀ ਚੱਲਦਾ ਰਹੇਗਾ। ਇਹੀ ਇਹਨਾਂ ਮੰਗਾਂ ਦੇ ਚੱਲਦੇ 12 ਜ਼ਿਲ੍ਹਿਆਂ ਦੇ ਵਰਕਰ ਡਟੇ ਰਹਾਂਗੇ। ਦੀਨਾਨਗਰ ਵਿੱਚ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਘਰ ਦੇ ਅੱਗੇ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਦਾ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੰਤਰੀ ਨੇ 2018 ਵਿੱਚ ਇਹਨਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ, ਲੇਕਿਨ ਹੁਣ ਤੱਕ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਗਈ ਹੈ। ਇਸ ਲਈ ਮਜਬੂਰਨ ਹੋ ਕੇ ਉਹਨਾਂ ਨੂੰ ਇਹ ਧਰਨਾ ਲਗਾਉਣਾ ਪਿਆ। ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਸਾਡੀ ਮੁੱਖ ਮੰਗ ਹੈ ਕਿ ਜਿਹੜੇ 20 ਸਤੰਬਰ 2017 ਤੋਂ ਸਾਡੇ ਆਂਗਨਵਾੜੀ ਦੇ ਬੱਚੇ ਖੋਏ ਹੋਏ ਨੇ ਔਰ 26/11/2017 ਨੂੰ ਇਸੇ ਸ਼ਹਿਰ ਦੀਨਾਨਗਰ ਦੇ ਵਿੱਚ ਮਹਿਕਮੇ ਦੀ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਬੱਚੇ ਵਾਪਸ ਕੀਤੇ ਜਾਣਗੇ ਤੇ ਜਿਹੜੇ ਅਧਿਆਪਕ ਨੇ ਉਹ ਆਂਗਨਵਾੜੀ 'ਚ ਪੜ੍ਹਾਉਣ ਆਉਣਗੇ, ਪਰ ਇਹ ਵਾਅਦਾ ਖਿਲਾਫੀ ਕੀਤੀ ਹੈ ਸਾਡੇ ਨਾਲ। ਸਾਡੀ ਕੋਈ ਵੀ ਮੰਗ ਹੈ ਜਿਹੜੀ ਉਹ ਪੂਰੀ ਨਹੀਂ ਕੀਤੀ ਗਈ ਔਰ 29 ਮਹੀਨਿਆਂ ਤੋਂ ਸਾਡੇ ਮਾਨ ਭੱਤੇ 'ਚ ਵਾਧਾ ਹੋਇਆ ਭਾਰਤ ਸਰਕਾਰ ਵੱਲੋਂ ਤੇ ਜਿਹੜਾ ਸਟੇਟ ਗਵਰਨਮੈਂਟ ਨੇ ਸਿਰ ਦੇਣਾ ਸੀ 600 ਰੁਪਇਆ ਵਰਕਰ, 300 ਰੁਪਇਆ ਹੈਲਪਰ ਤੇ 500 ਰੁਪਇਆ ਮਿਨੀ ਵਰਕਰ, ਸਾਡੇ ਮਾਨ ਭੱਤੇ ਦੇ ਵਾਧੇ ਜਿਹੜੀ ਕਟੌਤੀ ਕੀਤੀ ਹੋਈ ਹੈ ਤੁਰੰਤ ਸਾਡੀ ਮਾਨ ਭੱਤੇ ਦੀ ਜਿਹੜੀ ਕਟੌਤੀ ਹੈ ਉਹ ਬਹਾਲ ਕੀਤੀ ਜਾਵੇ। ਨਗਰ ਨਿਗਮ ਬਟਾਲਾ ਦੇ ਮੇਅਰ ਨੂੰ ਲੈ ਕੇ ਸੀਨੀਅਰ ਕਾਂਗਰਸ ਆਗੂਆਂ ਨੇ ਕੀਤੀ ਇੱਕ ਅਹਿਮ ਮੀਟਿੰਗ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਹੀ ਮੁੱਖ ਮੰਤਰੀ ਉੱਤੇ ਸਵਾਲ ਚੁੱਕੇ ਨੇ ਕਿ ਸਾਨੂੰ ਪਤਾ ਤਾਂ ਲੱਗੇ ਕਿਸ ਮੰਤਰੀ ਨੇ ਬਟਾਲੇ ਤੋਂ 2022 ਦੇ ਚੁਣਾਵ ਲੜਨੇ ਹਨ ਤਾਂ ਜੋ ਅਸੀਂ ਉਹਨਾਂ ਦਾ ਪੱਲਾ ਫੜ ਸਕੀਏ। ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਬਟਾਲਾ ਵਿੱਚੋਂ ਕਾਂਗਰਸ ਖਤਮ ਹੁੰਦੀ ਨਜ਼ਰ ਆ ਰਹੀ ਹੈ ਅਤੇ ਪੁਲਿਸ ਥਾਣੇ ਜਾ ਕੇ ਜੇਕਰ ਕੋਈ ਕੰਮ ਕਰਵਾਉਣਾ ਹੋਏ ਤਾਂ ਪਹਿਲਾਂ ਥਾਣੇ ਦੇ ਗੇਟ ਅੱਗੇ ਹੀ ਕਿੰਨੀ ਦੇਰ ਖਲੋਣਾ ਪੈਂਦਾ ਹੈ ਤੇ ਦੂਜੀ ਪਾਰਟੀ ਆ ਕੇ ਕੰਮ ਕਰਵਾ ਕੇ ਚਲੀ ਜਾਂਦੀ ਹੈ। ਅਸੀਂ ਦੇਖਦੇ ਰਹਿੰਦੇ ਹਾਂ ਅਜਿਹਾ ਹਾਲ ਬਣਿਆ ਹੈ ਇਸ ਵਕਤ ਕਾਂਗਰਸ ਦਾ। ਪਾਰਟੀ ਨੂੰ, ਸਾਡੇ ਲੀਡਰਾਂ ਨੂੰ, ਅਸੀਂ ਤੇ ਇਕੱਠੇ ਆ ਸਾਰੇ ਭਰਾ। ਮੇਰੀ ਪ੍ਰਾਰਥਨਾ ਮੈਂ ਇਹ ਗੱਲ ਕੀਤੀ ਹੈ ਵੀ ਜਿਹੜੇ ਸਾਡੇ ਹੁਕਮਰਾਨ ਨੇ ਪਾਰਟੀ ਦੇ, ਉਹਨਾਂ ਨੂੰ ਪਾਰਟੀ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਸਾਨੂੰ ਇਹ ਦੱਸਣਾ ਚਾਹੀਦਾ ਕਿ ਬਟਾਲੇ ਤੋਂ ਚੁਣਾਵ ਕਿਹਨੂੰ ਲੜਾਉਣਾ ਜੇ, ਅਸੀਂ ਉਹਦੇ ਵੱਲ ਜਾਵਾਂਗੇ। ਇਹ ਮੇਰੀ ਪ੍ਰਾਰਥਨਾ ਹੈ। ਸਭ ਤੋਂ ਅੱਛੀ ਗੱਲ ਪੰਮਾ ਜੀ ਨੇ ਗੱਲ ਕੀਤੀ। हाँ जी, बहुत अच्छी मीटिंग हुई है और फिर मैं लास्ट एक बेनती जी मुख्यमंत्री पंजाब के जाखड़ साहब को करना चाहता फिर जो इलैक्शन आते उस वर्करां वाल हर लीडर भजदा, आओ भी मेरी जान बचाओ। तो CM साहब ये गल याद रखो भी बटाले के लोग तुहाडे दरबार च आए सी ते तुसीं उन्हां नूं एक वादा दिता। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰੋ। ਧੰਨਵਾਦ।